ਹੈਲੋ एवरीवन ਵੈਲਕਮ ਟੂ ਮਾਈ YouTube ਚੈਨਲ। ਤਾਂ ਅੱਜ ਅਸੀਂ ਕਰਦੇ ਹਾਂ ਆਰਟੀਕਲਸ ਬਾਰੇ। ਦੇਖੋ ਪਹਿਲਾਂ ਆਰਟੀਕਲਸ ਕੀ ਹੁੰਦੇ ਆ। ਕਹਿੰਦੇ देयर आर 3 ਆਰਟੀਕਲਸ ਕਿੰਨੇ ਤਰ੍ਹਾਂ ਦੇ ਹੁੰਦੇ ਆ? 3 ਤਰ੍ਹਾਂ ਦੇ ਆਰਟੀਕਲ ਹੁੰਦੇ, ਏ ਐਨ ਦ। ਇਹ 3 ਆਰਟੀਕਲਸ ਹੁੰਦੇ ਆ। ਅੱਛਾ, ਆਰਟੀਕਲ ਇੱਕ ਡਿਟਰਮੀਨਰਸ ਦਾ ਪਾਰਟ ਵੀ ਆ, ਠੀਕ ਹੈ। ਇਸ ਲਈ ਇਹ ਕਿਹਦੇ ਤੋਂ ਪਹਿਲਾਂ ਲੱਗਦੇ ਆ? ਨਾਊਨਸ ਤੋਂ ਪਹਿਲਾਂ। ਜੇ ਤੁਸੀਂ ਮੇਰੀ ਉਹ ਡਿਟਰਮੀਨਰਸ ਵਾਲੀ ਵੀਡੀਓ ਨਹੀਂ ਦੇਖੀ ਤਾਂ ਉਹ ਵੀ ਦੇਖ ਲਿਓ, ਫਿਰ ਤੁਹਾਨੂੰ ਇਹ ਕਨਸੈਪਟ ਹੋਰ ਵੀ ਜ਼ਿਆਦਾ ਈਜ਼ੀ ਲੱਗੂਗਾ। ਤਾਂ ਸੈਕਿੰਡ ਲਾਈਨ ਜਿਹੜੀ ਆ ਉਹ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕੀ ਹਾਂ। ਕਹਿੰਦੇ ਦੇ ਯੂਜ਼ਡ ਬਿਫੋਰ ਨਾਊਨਸ ਔਰ ਐਡਜੈਕਟਿਵਸ। ਇਹ ਨਾਊਨਸ ਜਾਂ ਐਡਜੈਕਟਿਵਸ ਤੋਂ ਪਹਿਲਾਂ ਯੂਜ਼ ਹੁੰਦੇ ਆ। ਅਤੇ ਇਹਨਾਂ ਦੀਆਂ ਟਾਈਪਸ ਕਿੰਨੀਆਂ? ਇਹਨਾਂ ਦੀਆਂ ਟਾਈਪਸ ਹੈਗੀਆਂ 2। ਕਿਹੜੀ ਆ? ਡੈਫੀਨੇਟ ਆਰਟੀਕਲਸ ਯਾਨੀ ਕਿ ਦ, ਇਨਡੈਫੀਨੇਟ ਆਰਟੀਕਲਸ ਯਾਨੀ ਕਿ ਏ ਐਨ, ਠੀਕ ਆ। ਹੁਣ ਦੇਖੋ ਡੈਫੀਨੇਟ ਆਰਟੀਕਲਸ ਦੇ ਵਿੱਚ ਦਾ ਆ। ਕਹਿੰਦੇ ਡੈਫੀਨੇਟ ਆਰਟੀਕਲਸ ਦੀ ਆਪਾਂ ਡੈਫੀਨੇਸ਼ਨ ਦੇਖਦੇ ਹਾਂ। ਇਟ ਜਨਰਲੀ points out a particular person, place or thing। ਇਹ particular person ਤੇ particular place ਯਾਨੀ ਕਿ ਕੋਈ ਖਾਸ ਚੀਜ਼ ਆ, ਜਿਹੜੀ ਖਾਸ ਵਿਅਕਤੀ ਆ ਜਾਂ ਖਾਸ ਥਾਂ ਆ, ਉਹਦੇ ਬਾਰੇ ਸਾਨੂੰ ਡਿਫਾਈਨ ਕਰਦਾ। ਤੇ ਉਹਦੇ ਤੋਂ ਪਹਿਲਾਂ, ਉਸ ਨਾਉਨ ਤੋਂ ਪਹਿਲਾਂ ਖਾਸ ਥਾਂ ਜਾਂ ਖਾਸ ਕੋਈ ਵੀ ਨਾਮ ਆ ਕਿਸੇ ਦਾ, ਜਾਂ ਕੋਈ ਪਰਸਨ ਆ ਜਾਂ ਕੋਈ ਥਾਂ ਆ, ਉਸ ਖਾਸ ਤੋਂ ਪਹਿਲਾਂ ਅਸੀਂ ਦ ਐਡ ਕਰਨਾ ਆ, ਠੀਕ ਹੈ। ਐਗਜ਼ਾਮਪਲਸ ਦੇਖੋ। ਕਹਿੰਦੇ ਆ I saw the house which you had described। ਮੈਂ ਉਹ ਘਰ ਦੇਖਿਆ ਜਿਹੜਾ ਮੈਨੂੰ ਤੁਸੀਂ ਦੱਸਿਆ ਸੀ, ਜਿਹਦੇ ਬਾਰੇ ਡਿਸਕਰਾਈਬ ਕੀਤਾ ਸੀ, ਜਿਹਦੇ ਬਾਰੇ ਤੁਸੀਂ ਦੱਸਿਆ ਸੀ। ਇਸ ਲਈ ਘਰ ਜਿਹੜਾ ਖਾਸ ਹੀ ਹੋ ਗਿਆ ਨਾ, ਉਹ ਘਰ ਕਿ ਜਿਹਦੇ ਬਾਰੇ ਡਿਸਕਰਾਈਬ ਕੀਤਾ ਆ। ਇਸ ਲਈ ਘਰ ਇੱਕ ਖਾਸ ਆ ਇਸ ਲਾਈਨ ਦੇ ਵਿੱਚ। ਇਸ ਲਈ ਮੈਂ ਘਰ ਦੇ ਮੋਹਰੇ, ਹਾਊਸ ਦੇ ਮੋਹਰੇ ਦ ਐਡ ਕੀਤਾ। ਕਿਉਂ? ਕਿਉਂਕਿ ਉਹਦੀ ਸਪੈਸ਼ਲਿਟੀ ਬਾਰੇ ਦੱਸਦਾ ਕਿ ਉਹ ਘਰ, ਬਹੁਤ ਸਾਰੇ ਘਰ ਆ, ਪਰ ਜਿਹੜੇ ਘਰ ਬਾਰੇ ਡਿਸਕਰਾਈਬ ਕੀਤਾ ਗਿਆ ਉਸ ਘਰ ਦੀ ਗੱਲ ਹੋ ਰਹੀ ਆ, ਠੀਕ ਹੈ। ਇਸ ਲਈ ਅਸੀਂ ਉੱਥੇ ਲਗਾਤਾ ਦ। ਅਦਰਵਾਈਜ਼ ਅਗਰ ਨੋਰਮਲ ਲਾਈਨ ਚੱਲਦੀ ਹੈ, ਕੋਈ ਡਿਸਕ੍ਰਿਪਸ਼ਨ ਨਹੀਂ ਹੋ ਰਹੀ ਹੈ, ਕਿਸੇ ਚੀਜ਼ ਦੀ ਕੋਈ ਖਾਸੀਅਤ ਨਹੀਂ ਦੱਸੀ ਜਾ ਰਹੀ, ਤਾਂ ਦੇਖੋ ਲਾਈਨ ਕਿੱਦਾਂ ਬਣੂਗੀ। I saw a house। ਮੈਂ ਇੱਕ ਘਰ ਦੇਖਿਆ। ਸੈਕਿੰਡ ਐਗਜ਼ਾਮਪਲ ਦੇਖੋ। This is the book। ਇਹ ਉਹ ਕਿਤਾਬ ਆ I was talking about। This is the book। ਇਹ ਕਿਤਾਬ ਆ I was talking about, ਜਿਹਦੇ ਬਾਰੇ ਮੈਂ ਗੱਲ ਕਰ ਰਿਹਾ ਸੀ। ਮਤਲਬ ਬਹੁਤ ਸਾਰੀਆਂ ਕਿਤਾਬਾਂ ਹੋਣਗੀਆਂ, ਪਰ ਗੱਲ ਉਹ ਜਿਹਦੇ ਬਾਰੇ ਕਰ ਰਿਹਾ ਸੀ ਉਹ ਕਿਤਾਬ ਇਹ ਆ, ਠੀਕ ਆ। ਇੱਥੇ ਵੀ ਜਿਹੜੀ ਕਿਤਾਬ ਆ ਉਹ ਕੀ ਆ? ਇੱਕ ਸਪੈਸ਼ਲ ਆ, ਤੇ ਇਸ ਲਈ ਮੈਂ ਉਹਦੇ ਮੋਹਰੇ ਦ ਲਗਾਤਾ, ਬਿਕੋਜ਼ ਇਹ ਉਹ ਕਿਤਾਬ ਆ ਜਿਹਦੇ ਬਾਰੇ ਡਿਸਕਰਾਈਬ ਕੀਤਾ, ਖਾਸੀਅਤ ਦੱਸੀ ਆ। ਸਿੰਪਲੀ ਅਸੀਂ ਕਿੱਦਾਂ ਲਿਖ ਸਕਦੇ ਸੀਗੇ ਅਗਰ ਅਸੀਂ ਕਿਸੇ ਚੀਜ਼ ਦੀ ਸਪੈਸ਼ਲਿਟੀ ਨਹੀਂ ਲਿਖੀ ਹੋਈ ਆ, ਨਹੀਂ ਸਾਨੂੰ ਕੋਈ ਸਪੈਸ਼ਲ ਚੀਜ਼ ਨਹੀਂ ਦੱਸੀ ਆ, ਤਾਂ ਇੱਦਾਂ ਆ। ਕਹਿੰਦੇ ਦਿਸ ਇਜ਼ ਅ ਬੁੱਕ। ਇਹਦੇ ਵਿੱਚ ਫਿਰ ਕੀ ਲੱਗ ਗਿਆ? ਇਹ ਇੱਕ ਕਿਤਾਬ ਹੈ। ਇਹਦੇ ਵਿੱਚ ਖਾਸੀਅਤ ਨਹੀਂ ਦੱਸੀ, ਇਸ ਲਈ ਲੱਗ ਗਿਆ। ਦੈਟਸ ਇਟ। ਬਹੁਤ ਸਿੰਪਲ ਇਹ ਹੈਗਾ ਆ। ਹੋਰ ਕੁਛ ਐਗਜ਼ਾਮਪਲਸ ਆਪਾਂ ਦੇਖਦੇ ਹਾਂ ਇਹਦੀਆਂ, ਜਿੱਦਾਂ ਦ ਗੈਂਜੇ। ਗੰਗਾ ਇੱਕ ਨਦੀ ਆ, ਪਵਿੱਤਰ ਨਦੀ ਆ, ਇਸ ਲਈ ਇਹਦੇ ਮੋਹਰੇ ਆ ਗਏ ਦ ਹਿੰਦੂਜ਼ ਵੀ ਕੀ ਆ? ਇੱਕ ਰੈਲੀਜਨ ਦਾ ਨੇਮ ਆ, ਰਾਈਟ। ਇਸ ਲਈ ਇਹਦੇ ਅੱਗੇ ਵੀ ਕੀ ਆ? ਐਡ ਕਰਤਾ ਅਸੀਂ ਦ ਐਡ ਕੀਤਾ ਆ, ਠੀਕ ਆ। ਹੁਣ ਮੈਂ ਤੁਹਾਨੂੰ ਇਹ ਦੱਸਣ ਲੱਗੀ ਹਾਂ ਕਿ ਅਸੀਂ ਦ ਕਦੋਂ ਬੋਲਦੇ ਹਾਂ ਤੇ ਦੀ ਕਦੋਂ ਬੋਲਦੇ ਹਾਂ। ਦੀ ਅਸੀਂ ਉਦੋਂ ਬੋਲਦੇ ਹਾਂ ਜਦੋਂ, ਦੇਖੋ ਕਹਿੰਦੇ ਇਫ ਦਾ ਨੈਕਸਟ ਵਰਡ ਸਟਾਰਟ ਵਿਦ ਵੌਲ ਸਾਊਂਡ, ਤਾਂ ਅਸੀਂ ਦੀ ਯੂਜ਼ ਕਰਦੇ ਹਾਂ। ਐਗਜ਼ਾਮਪਲ ਦੇਖੋ। ਦੀ ਅਰਥ ਇਜ਼ ਰਾਊਂਡ। ਅਰਥ ਸਟਾਰਟਸ ਵਿਦ ਈ, ਅਰਥ। ਦਾ ਸਾਊਂਡ ਕ੍ਰੀਏਟ ਹੋਇਆ। ਵੌਲਸ ਤੁਹਾਨੂੰ ਮੈਂ ਅੱਗੇ ਵੀ ਦੱਸਿਆ, ਡਿਟਰਮੀਨਰਸ ਦੇ ਵਿੱਚ ਵੀ ਸਮਝਾਇਆ ਵੌਲਸ ਕਿਹੜੇ ਹੁੰਦੇ ਆ। ਏ ਈ ਆਈ ਓ ਯੂ, ਇਹ ਵੌਲਸ ਆ, ਠੀਕ ਆ। ਅਗਰ ਇਹ
ਦ ਉੱਥੇ ਐਡ ਹੁੰਦਾ ਆ, ਅਗਰ ਮੀਨਸ ਕਿ ਇਸ ਤੋਂ ਬਾਅਦ ਵਾਲਾ ਅਕਸ਼ਰ ਜਿਹੜਾ ਆ ਉਹ ਕੀ ਹੋਊਗਾ, ਨਾਊਨ ਜਿਹੜਾ ਉਹ ਕੀ ਆ, ਵੋਲਸ ਤੋਂ ਸਟਾਰਟ ਹੁੰਦਾ, ਤਾਂ ਅਸੀਂ ਇਹਨੂੰ ਬੋਲਣ 'ਚ ਦੀ ਕਵਾਂਗੇ। ਅਗਰ ਇਹ ਕੰਸੋਨੈਂਟ ਤੋਂ ਸਟਾਰਟ ਹੁੰਦਾ, ਕੰਸੋਨੈਂਟ ਕੀ ਹੁੰਦੇ ਆ, ਕੰਸੋਨੈਂਟ ਹੁੰਦੇ ਆ ਬਾਕੀ ਦੇ ਜਿਹੜੇ ਲੈਟਰਸ ਹੁੰਦੇ, ਜਿੱਦਾਂ ਬੀ, ਸੀ, ਡੀ, ਐਫ, ਜੀ, H, J, K, L, M, N, P, Q, R, S, T, V, W, X, Y and Z। ਇਹ ਸਾਰੇ ਕੰਸੋਨੈਂਟ ਆ, ਠੀਕ ਹੈ। ਇਹ ਕੰਸੋਨੈਂਟਸ ਜਿਹੜੇ ਹੁੰਦੇ ਆ, ਜਦੋਂ ਇਹ ਆਵੇ, ਜਿੱਦਾਂ ਕਿ ਸਨ ਕੰਸੋਨੈਂਟ ਆ ਨਾ, ਸ, ਐਸ ਦੀ ਸਾਊਂਡ ਕ੍ਰੀਏਟ ਕਰ ਰਿਹਾ ਸ ਦਾ, ਤਾਂ ਇਹਦੇ ਮੋਰੇ ਦਾ ਆਊਗਾ ਬੋਲਣ 'ਚ, ਲਿਖਣ 'ਚ THE ਹੀ ਆ ਦੋਨਾਂ ਮੋਰੇ। ਸਿਰਫ ਬੋਲਣ ਦੇ ਵਿੱਚ ਮੈਂ ਤੁਹਾਨੂੰ ਫਰਕ ਦੱਸਦੀ ਹਾਂ, ਪ੍ਰੋਨਾਂਸੀਏਸ਼ਨ 'ਚ ਡਿਫਰੈਂਸ ਦੱਸ ਰਹੀ ਹਾਂ। ਉਹ ਇਹ ਆ ਕਿ ਜਦੋਂ ਵੋਲ ਆਵੇ ਨਾਊਨ, ਤਾਂ ਅਸੀਂ ਉਸ ਤੋਂ ਪਹਿਲੇ ਵਾਲਾ ਜਿਹੜਾ ਆਰਟੀਕਲ ਆ ਉਹਨੂੰ ਦੀ ਪ੍ਰੋਨਾਊਂਸ ਕਰਨਾ, ਅਤੇ ਜਦੋਂ ਕੰਸੋਨੈਂਟ ਆਵੇ ਤਾਂ ਉਹਦੇ ਤੋਂ ਪਹਿਲੇ ਵਾਲੇ ਨੂੰ ਅਸੀਂ, ਪਹਿਲੇ ਵਾਲੇ ਦ ਨੂੰ ਅਸੀਂ ਦ ਹੀ ਕਹਿਣਾ ਹੈ, ਉਹਨੂੰ ਦੀ ਨਹੀਂ ਕਵਾਂਗੇ, ਠੀਕ ਹੈ। ਅਤੇ ਹੁਣ ਮੈਂ ਤੁਹਾਨੂੰ ਨੈਕਸਟ ਦੱਸਦੀ ਹਾਂ ਇਹਦੇ ਬਾਰੇ। ਨੈਕਸਟ ਹੋਰ ਹੈ, ਹੁਣ ਅਸੀਂ ਏ ਐਨ 'ਤੇ ਚਲੇ ਜਾਂਦੇ ਹਾਂ। ਏ ਐਨ ਦੋਨਾਂ ਦਾ ਮੀਨਿੰਗ ਇੱਕ ਹੀ ਆ, ਦੋਨਾਂ ਦਾ ਮਤਲਬ ਆ ਇੱਕ, ਮਤਲਬ ਇਹ ਪਲੂਰਲ ਫਾਰਮ ਦੇ ਵਿੱਚ ਯੂਜ਼ ਨਹੀਂ ਹੁੰਦਾ, ਇਹ ਸਿੰਗੂਲਰ 'ਚ ਹੀ ਯੂਜ਼ ਹੋਊਗਾ। ਇਹਦਾ ਇੱਕ ਕਨਸੈਪਟ ਤਾਂ ਬਹੁਤ ਸਿੰਪਲ ਹੈ ਕਿ ਇਹ ਸਿੰਗੂਲਰ ਦੇ ਲਈ ਯੂਜ਼ ਹੁੰਦਾ, ਠੀਕ ਹੈ। ਹੁਣ ਦੇਖੋ ਇਹਦੇ ਬਾਰੇ ਥੋੜ੍ਹਾ ਜਿਹਾ ਸਮਝਦੇ ਆਪਾਂ। ਕਹਿੰਦੇ ਇਟ ਜਨਰਲੀ ਡਜ਼ ਨਾਟ ਪੁਆਇੰਟ ਆਊਟ ਐਨੀ ਪਰਟੀਕੂਲਰ ਪਰਸਨ। ਇਹ ਕਿਸੇ ਚੀਜ਼ ਦੀ ਖਾਸੀਅਤ ਦੇ ਨਾਲ ਰਿਲੇਟਡ ਨਹੀਂ ਹੈ, ਕੋਈ ਖਾਸ ਪਲੇਸ ਦੇ ਨਾਲ ਰਿਲੇਟਡ ਨਹੀਂ ਆ, ਕੋਈ ਖਾਸ ਥਾਂ ਦੇ ਨਾਲ ਰਿਲੇਟਡ ਵੀ ਨਹੀਂ ਆ, ਠੀਕ ਹੈ। ਬੇਸਿਕਲੀ ਇਹ ਕਦੋਂ ਯੂਜ਼ ਹੁੰਦਾ, ਇਫ ਦਾ ਨੈਕਸਟ ਵਰਡ ਸਟਾਰਟਸ ਵਿਦ ਦਾ ਕੰਸੋਨੈਂਟ ਸਾਊਂਡ। ਕੰਸੋਨੈਂਟ ਸਾਊਂਡ ਮੈਂ ਤੁਹਾਨੂੰ ਦੱਸਿਆ ਨਾ ਹੁਣੀ, ਬੀ, ਸੀ, ਡੀ, ਇਹ ਵਾਲੇ ਸਾਰੇ ਕੰਸੋਨੈਂਟਸ ਆ। ਜਦੋਂ ਇਹਨਾਂ ਦਾ ਸਾਊਂਡ ਪ੍ਰੋਡਿਊਸ ਹੋਵੇ, ਜਿੱਦਾਂ ਸ, ਬ, ਮ, ਤਾਂ ਉਦੋਂ ਨੂੰ ਉਸ ਟਾਈਮ ਦੇ ਉੱਤੇ ਕੀ, ਉਸ ਟਾਈਮ ਦੇ ਉੱਤੇ ਲੱਗਦਾ ਹੈ ਏ। ਐਗਜ਼ਾਮਪਲ ਆ ਸਾਡੇ ਤੋਂ, ਅ ਯੂਨੀਵਰਸਿਟੀ, ਯੂਨੀਵਰਸਿਟੀ, ਯੇ ਤੋਂ ਯੂਨੀਵਰਸਿਟੀ, ਠੀਕ ਹੈ। ਇਹ ਯਈਆ ਆ, ਇਹ य ਦੀ ਸਾਊਂਡ ਕ੍ਰੀਏਟ ਕਰ ਰਿਹਾ, ਇਸ ਲਈ ਇਹਦੇ ਮੋਰੇ ਆ ਗਿਆ ਅ ਈਅਰ, य ਤੋਂ ਹੀ ਆ। ਅ ਯੂਨੀਅਨ, ਇਹ ਸਾਰੇ य ਦਾ ਸਾਊਂਡ ਕ੍ਰੀਏਟ ਕਰ ਰਹੇ ਆ, ਚਾਹੇ ਯੂ ਜਿਹੜਾ ਆ ਉਹ ਕੀ ਆ, ਵੋਲ ਆ ਲਿਖਣ ਦੇ ਵਿੱਚ, ਬਟ ਸਾਊਂਡ ਜਿਹੜਾ ਉਹ ਯੂ ਦਾ ਜਿਹੜਾ ਸਾਊਂਡ ਆ ਉਹ ਵੋਲ ਦੇ ਵਿੱਚ ਨਹੀਂ ਹੈਗਾ, ਉਹ ਅ ਦਾ ਸਾਊਂਡ ਨਹੀਂ ਕ੍ਰੀਏਟ ਕਰ ਰਿਹਾ, ਉਹ य ਦਾ ਸਾਊਂਡ ਕ੍ਰੀਏਟ ਕਰ ਰਿਹਾ। ਅਤੇ य ਜਿਹੜਾ ਆ ਉਹ ਕੰਸੋਨੈਂਟ ਆ, य ਜਿਹੜਾ ਉਹ ਕੰਸੋਨੈਂਟ ਆ, ਉਹ ਵੋਲ ਦੇ ਵਿੱਚ ਨਹੀਂ ਆਉਂਦਾ, ਸਾਊਂਡਿਕ ਵਰਡ ਜਿਹੜਾ ਆ ਉਹ ਨਹੀਂ ਹੈਗਾ, ਉਹ य ਦਾ ਸਾਊਂਡ ਕ੍ਰੀਏਟ ਕਰਦਾ, ਉਹ ਅ, ਊ, ਈ, ਆਈ ਇਹ ਸਾਊਂਡ ਨਹੀਂ ਕ੍ਰੀਏਟ ਕਰ ਰਿਹਾ। ਇਟ ਮੀਨਸ ਇਹਨਾਂ ਦੇ ਮੋਰੇ ਸਿੰਪਲੀ ਏ ਹੀ ਲੱਗਣਾ ਆ, ਕਲੀਅਰ। ਨੈਕਸਟ ਕਨਸੈਪਟ ਹੈਗਾ ਐਨ ਦਾ। ਐਨ ਹੁਣ ਆਪੋਜ਼ਿਟ ਹੋ ਗਿਆ ਇਹਦੇ, ਕਿ ਜਿੱਥੇ ਸਾਡੇ ਤੋਂ ਜੀ ਆਹ ਵੋਲਸ ਆ, ਉੱਥੇ ਅਸੀਂ ਐਨ ਲਗਾ ਦੇਣਾ ਆ। ਵੋਲਸ ਦੇ ਲਈ ਪਹਿਲਾਂ ਚਲੋ ਇੱਕ ਵਾਰੀ ਡੈਫੀਨੇਸ਼ਨ ਇਹਦੀ ਰੀਡ ਕਰੇ ਲਈਏ। ਇਫ ਦਾ ਨੈਕਸਟ ਵਰਡ ਸਟਾਰਟਸ ਵਿਦ ਦ ਵੋਲ ਸਾਊਂਡ, ਉਹੀ ਅ, ਈ, ਆਈ, ਓ, ਠੀਕ ਆ, ਇਹ ਅਗਰ ਸਾਊਂਡ ਕ੍ਰੀਏਟ ਹੁੰਦੇ ਆ ਤਾਂ ਅਸੀਂ ਕੀ ਕਰਦੇ ਹਾਂ, ਐਨ ਲਗਾ ਦਿੰਦੇ ਹਾਂ। ਜਿੱਦਾਂ ਐਨ, ਆਰ, ਇਹਦੇ ਵਿੱਚ ਐਚ ਸਾਈਲੈਂਟ ਆ, ਸਭ ਨੂੰ ਪਤਾ, ਅੱਗੇ ਵੀ ਇੱਕ ਵਾਰੀ ਦੱਸਿਆ ਸੀ ਮੈਂ ਡਿਟਰਮੀਨਰਸ ਵਾਲੀ ਵੀਡੀਓ ਦੇ ਵਿੱਚ। ਓਨੈਸਟ, ਐਨ, ਓਨੈਸਟ, ਐਨ, ਈਅਰ, ਈਅਰ। ਅੱਛਾ ਇੱਕ ਚੀਜ਼ ਹੋਰ ਮੈਂ ਦੱਸ ਦਿਆਂ, ਲਿਖਿਆ ਤਾਂ ਇੱਥੇ ਹੀ ਨਾ ਆਪਾਂ ਹੈਗਾ ਆ MLA, ਹੈ ਨਾ, ਕੀ ਲਿਖਿਆ ਆ MLA, ਇਹਦੇ ਮੂਹਰੇ ਐਨ ਕਿੱਦਾਂ ਆ ਗਿਆ, ਦੇਖੋ MLA, ਐਮ ਜਿਹੜਾ ਉਹ ਐ ਦੀ ਸਾਊਂਡ ਹੀ ਕਰ ਰਿਹਾ, ਐਮ ਪਹਿਲਾਂ ਐ ਹੋਇਆ ਫਿਰ ਹੀ ਉਹ ਮ ਹੋਇਆ, ਹੈ ਨਾ।
ਇਸ ਲਈ ਇਹ ਸਾਊਂਡ ਕ੍ਰੀਏਟ ਕਰ ਰਿਹਾ ਵਾਲ ਦਾ। ਇਟ ਮੀਨਸ ਇਹਦੇ ਮੋਰੇ ਕੀ ਆ ਗਿਆ, ਐਨ। ਕਲੀਅਰ ਆ। ਤੇ ਆ 4 ਹੈਗੀਆਂ ਤੁਹਾਡੇ ਆਪਣੇ ਆਪ ਕਰਨ ਦੇ ਲਈ ਬਲੈਂਕਸ। ਇਹ ਸੋਲਵ ਕਰੋ ਤੇ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟਸ ਜ਼ਰੂਰ ਕਰਿਓ ਤੇ ਮੈਨੂੰ ਦੱਸਿਓ ਤੁਹਾਨੂੰ ਸਮਝ ਲੱਗਾ ਕਨਸੈਪਟ ਏ ਐਨ ਦ ਦਾ। ਨਹੀਂ ਲੱਗਾ ਤਾਂ ਪਲੀਜ਼ ਮੈਨੂੰ ਰਿਕੁਐਸਟ ਕਰ ਸਕਦੇ, ਮੈਂ ਤੁਹਾਨੂੰ ਦੁਬਾਰਾ ਕਿਸੇ ਹੋਰ ਵੇ ਨਾਲ ਸਮਝਾਉਂਗੀ। ਔਰ ਹਾਂ, ਅਗਰ ਚੰਗਾ ਲੱਗਾ ਤਾਂ ਪਲੀਜ਼ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ।